ਮਨੈ ਭਇਆ ਪਰਗਾਸਾ। ਕੋਇ ਨ ਪਹੁੰਚਨ ਹਾਰਾ ਦੂਜਾ। ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ। ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਹਮਾਰੇ। ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਹਮਾਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਗੁਰਤਾ ਗੱਦੀ ਤੇ ਸੁਭਾਏਮਾਨ ਸ਼ਬਦ ਅਵਤਾਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਮੁਕੱਦਸ ਗੋਦ ਅੰਦਰ ਬੈਠ ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਪਰਮ ਸਨਮਾਨਯੋਗ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਅਪਾਰ ਕਿਰਪਾ ਹੋਈ ਹੈ। ਦਾਸਰੇ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਸਥਾਨ ਦੇ ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਜੀ ਦੇ ਜਥੇ ਪਾਸੋਂ ਆਪ ਜੀ ਨੇ ਇਲਾਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਕੁਝ ਸਮਾਂ ਗੁਰੂ ਗੋਦ ਵਿੱਚ ਬੈਠ ਇਲਾਹੀ ਗੁਰਬਾਣੀ ਅਤੇ ਇਤਿਹਾਸ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸਰਵੰਸਦਾਨੀ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਆਰਾ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖੀ ਜ਼ਿੰਦਗੀ ਦੀ ਸ਼ੁਰੂਆਤ ਕਰਤੇ ਦੇ ਹੁਕਮ ਦੇ ਨਾਲ ਆਰੰਭ ਹੁੰਦੀ ਹੈ। ਅਸੀਂ ਹਰ ਰੋਜ਼ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉਹ ਪਾਵਨ ਬਚਨ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਕਿ ਭਈ ਪ੍ਰਾਪਤ ਮਾਨੁੱਖ ਦੇ ਹਰੀਆ। ਰੱਬ ਜੀ ਦੀ ਕਿਰਪਾ ਹੋਈ ਹੈ। ਮਾਲਕ ਦੀ ਕਿਰਪਾ ਦੇ ਨਾਲ ਤੈਨੂੰ ਇਹ ਪੰਜ ਤੱਤਾਂ ਦਾ ਮਨੁੱਖਾ ਸਰੀਰ, ਮਨੁੱਖਾ ਜੀਵਨ ਪ੍ਰਾਪਤ ਹੋਇਆ। ਤੇ ਗੁਰੂ ਅਰਜਨ ਦੇਵ ਜੀ ਨੂੰ ਕਦੇ ਪੁੱਛੀਏ ਵੀ ਸੱਚੇ ਪਾਤਸ਼ਾਹ ਇਹ ਸਰੀਰ ਮਿਲਿਆ ਕਿਉਂ ਹੈ, ਇਸ ਦਾ ਮਨੋਰਥ ਕੀ ਹੈ? ਤੇ ਸਤਿਗੁਰੂ ਨਾਲ ਹੀ ਜਵਾਬ ਦਿੰਦਿਆਂ ਕਹਿੰਦੇ ਹਨ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਸ਼ਬਦ ਦਾ ਅਰਥ ਹੁੰਦਾ ਵਾਰੀ ਮੌਕਾ। ਰੱਬ ਨੂੰ ਮਿਲਣ ਦਾ ਇੱਕ ਮੌਕਾ ਮਿਲਿਆ ਮਨੁੱਖਾ ਜੀਵਨ ਦੇ ਰੂਪ ਵਿੱਚ।
ਤੇ ਗੱਲ ਬਿਲਕੁਲ ਸੱਚੀ ਹੈ ਕਿ ਮਨੁੱਖ ਦੀ ਯਾਤਰਾ ਸੰਸਾਰ ਤੋਂ ਆਰੰਭ ਹੋ ਕਰਕੇ ਨਿਰੰਕਾਰ ਦੇ ਘਰ ਤੱਕ ਦੀ ਹੈ। ਇਸ ਯਾਤਰਾ ਦੇ ਵਿੱਚ ਅਸੀਂ ਕਿਵੇਂ ਮੰਜ਼ਿਲ ਤੇ ਪਹੁੰਚ ਸਕਦੇ ਹਾਂ? ਇਸ ਯਾਤਰਾ ਦੇ ਵਿੱਚ ਸਾਡਾ ਮਦਦਗਾਰ ਇੱਕ ਸੱਚਾ ਗੁਰੂ ਹੋ ਸਕਦਾ ਹੈ, ਜਿਹੜਾ ਗੁਰੂ ਸਾਡੀ ਬਾਂਹ ਪਕੜ ਕੇ ਸਾਨੂੰ ਇਸ ਯਾਤਰਾ ਦੇ ਵਿੱਚ ਤੋਰ ਲਏ ਤੇ ਮੰਜ਼ਿਲ ਤੱਕ ਪਹੁੰਚਾ ਸਕੇ। ਇਸੇ ਲਈ ਸਤਿਗੁਰੂ ਦੀ ਬਾਣੀ ਦਾ ਬਚਨ ਅਸੀਂ ਪੜ੍ਹਦੇ ਹਾਂ, ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਜਿਹਦੀ ਬਾਂਹ ਗੁਰੂ ਪਕੜ ਲੈਂਦਾ ਸੱਚਮੁੱਚ ਉਹ ਪਾਰ ਹੋ ਜਾਂਦਾ। ਇਸ ਲਈ ਬੜਾ ਜ਼ਰੂਰੀ ਹੈ ਜੀਵਨ ਦੇ ਵਿੱਚ ਸੱਚੇ ਗੁਰੂ ਦਾ ਹੋਣਾ। ਗੁਰੂ ਸ਼ਬਦ ਦਾ ਅਰਥ ਹੁੰਦਾ, ਗੂਹ ਦਾ ਅਰਥ ਹੁੰਦਾ ਅੰਧੇਰਾ, ਤੇ ਰੂਹ ਦਾ ਅਰਥ ਹੁੰਦਾ ਪ੍ਰਕਾਸ਼। ਸੱਚਾ ਗੁਰੂ ਉਸ ਨੂੰ ਕਹਿੰਦੇ ਹਨ ਜਿਹੜਾ ਅਗਿਆਨਤਾ ਦੇ ਅੰਧੇਰੇ ਨੂੰ ਕੱਟ ਕੇ ਗਿਆਨ ਦਾ ਚਾਨਣ ਦੇ ਦੇ। ਤੇ ਸਤਿਗੁਰੂ ਦੀ ਬਾਣੀ ਵਿੱਚ ਮੈਂ ਸੁਖਮਣੀ ਸਾਹਿਬ ਦੇ 2 ਸ਼ਲੋਕਾਂ ਨਾਲ ਆਪ ਜੀ ਨੂੰ ਜੋੜਨਾ ਚਾਹੁੰਦਾ ਹਾਂ। ਪਹਿਲਾਂ ਇਹ ਪੁੱਛੀਏ ਗੁਰੂ ਤੋਂ ਵੀ ਸੱਚੇ ਪਾਤਸ਼ਾਹ ਸੱਚੇ ਗੁਰੂ ਦੀ ਨਿਸ਼ਾਨੀ ਕੀ? ਤੇ ਸਤਿਗੁਰੂ ਜਵਾਬ ਦਿੰਦੇ ਨੇ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ। ਜਿਹਨੇ ਆਪ ਪਹਿਲਾਂ ਉਸ ਸੱਚੇ ਪੁਰਖ ਪਰਮਾਤਮਾ ਨੂੰ ਜਾਣਿਆ ਹੈ, ਜਿਹੜਾ ਆਪ ਉਸ ਵਾਹਿਗੁਰੂ ਪਰਮਾਤਮਾ ਵਿੱਚ ਇਕਮਿਕ ਹੋ ਗਿਆ ਹੈ, ਜਿਹੜਾ ਉਸ ਦਾ ਰੂਪ ਹੋ ਗਿਆ ਹੈ, ਅਸਲ ਸੱਚਾ ਗੁਰੂ ਹੈ ਹੀ ਉਹ। ਐਸੇ ਸੱਚੇ ਗੁਰੂ ਦੇ ਨਾਲ ਜੁੜ ਕੇ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾ। ਹੁਣ ਇਹੋ ਜੇ ਸੱਚੇ ਗੁਰੂ ਦਾ ਸੰਗ ਮਿਲ ਜਾਏ, ਉਹਦੇ ਕੋਲ ਬੈਠਿਆਂ ਫਿਰ ਪਰਮਾਤਮਾ ਦੇ ਗੁਣ ਗਾ ਕੇ ਉਸ ਮਾਲਕ ਤੱਕ ਪਹੁੰਚਿਆ ਜਾ ਸਕਦਾ। ਐਸਾ ਸੱਚਾ ਗੁਰੂ ਮਿਲ ਜਾਏ। ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਫਿਰ ਪੁੱਛਿਆ, ਸੱਚੇ ਪਾਤਸ਼ਾਹ ਐਸੇ ਸੱਚੇ ਗੁਰੂ ਕੋਲ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਨੇੜੇ ਕਰ ਦੇਗੀ? ਤੇ ਸਤਿਗੁਰੂ ਨੇ ਜਵਾਬ ਦਿੱਤਾ ਜੀ, ਦੂਜਾ ਸ਼ਲੋਕ ਆਇਆ, ਗਿਆਨ ਅੰਜਨ ਗੁਰ ਦੀਆ। ਦੇਖੋ ਅੰਜਨ ਦਾ ਅਰਥ ਹੁੰਦਾ ਸੁਰਮਾ। ਮੈਂ ਇੱਕ ਵਿਦਵਾਨ ਨੂੰ ਪੜ੍ਹਿਆ, ਸੁਰਮਾ 2 ਕੰਮ ਕਰਦਾ। ਪੁਰਾਤਨ ਸਮੇਂ ਵਿੱਚ ਅੱਖਾਂ ਵਿੱਚ ਪਾਇਆ ਸੁਰਮਾ ਇੱਕ ਤਾਂ ਅੱਖਾਂ ਦੀ ਨਿਗਾਹ ਨੂੰ ਸੋਹਣਾ ਚੰਗੀ ਰੱਖਦਾ ਸੀ, ਤੇ ਦੂਜਾ ਸੁਰਮਾ ਅੱਖਾਂ ਦੀ ਚਿਹਰੇ ਦੀ ਸੁੰਦਰਤਾ ਵਧਾ ਦਿੰਦਾ। ਪਰ ਜਿਹੜਾ ਗੁਰੂ ਕੋਲ ਸੁਰਮਾ ਹੈ, ਉਹ ਸੁਰਮਾ ਹੈ ਗਿਆਨ ਦਾ, ਜਿਹੜਾ ਸਾਡੇ ਮਨ ਰੂਪੀ ਨੇਤਰਾਂ ਵਿੱਚ ਪੈ ਜਾਏ ਤੇ ਅੰਦਰ ਦੇ ਆਤਮਿਕ ਗਿਆਨ ਨੂੰ ਵਧਾ ਕੇ ਰੱਖ ਦਿੰਦਾ, ਅਗਿਆਨ ਮਿਟਾ ਦਿੰਦਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਹਰੀ ਦੀ ਕਿਰਪਾ ਨਾਲ ਐਸਾ ਸੱਚਾ ਗੁਰੂ ਮਿਲਦਾ ਹੈ, ਤੇ ਜਿਹਨੂੰ ਮਿਲ ਜਾਏ ਨਾਨਕ ਮਨ ਪ੍ਰਕਾਸ਼, ਉਹਦੇ ਅੰਦਰ ਨੂੰ ਪ੍ਰਕਾਸ਼ਵਾਨ ਗੁਰੂ ਕਰ ਦਿੰਦਾ। ਜਦੋਂ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਜੀ, ਆਪਾਂ ਭਾਈ ਗੁਰਦਾਸ ਦੇ ਬਚਨ ਪੜ੍ਹਦੇ। ਬਚਨ ਸੀ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਹੁਣ ਜੇ ਆਮ ਅਰਥ ਕਰਾਂਗੇ ਤੇ ਮਿੱਟੀ ਧੁੰਦ ਦੀ ਗੱਲ ਆਏਗੀ, ਪਰ ਨਹੀਂ ਪਿਆਰਿਓ। ਅਸਲ ਵਿੱਚ ਵਿਕਾਰਾਂ ਦੀ, ਵਹਿਮਾਂ ਦੀ, ਪਖੰਡਾਂ ਦੀ, ਭਰਮਾਂ ਦੀ ਜਿਹੜੀ ਮਿੱਟੀ ਤੇ ਧੁੰਦ ਪਈ ਸੀ ਨਾ ਸੰਸਾਰ ਵਿੱਚ, ਜਿਹਦੇ ਵਿੱਚ ਰੱਬ ਨਹੀਂ ਸੀ ਦਿਖਾਈ ਦੇ ਰਿਹਾ, ਗੁਰੂ ਨਾਨਕ ਜੀ ਸੰਸਾਰ ਵਿੱਚ ਆਏ। ਉਹਨਾਂ ਦਾ ਗਿਆਨ ਜਦੋਂ ਦੁਨੀਆ ਵਿੱਚ ਪ੍ਰਗਟ ਹੋਇਆ, ਜਦੋਂ ਦੁਨੀਆ ਨੂੰ ਸੱਚ ਦੇ ਰਾਹ ਦਾ ਸੱਦਾ ਗੁਰੂ ਨਾਨਕ ਨੇ ਦਿੱਤਾ, ਤੇ ਸਾਧ ਸੰਗਤ ਚਾਰੇ ਪਾਸੇ ਉਹ ਗਿਆਨ ਦਾ ਚਾਨਣ ਹੋ ਗਿਆ। ਫਿਰ ਭਾਈ ਗੁਰਦਾਸ ਨੇ ਉਦਾਹਰਨ ਵੀ ਦਿੱਤੀ,
ਕਹਿੰਦੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਜਿਵੇਂ ਸੂਰਜ ਨਿਕਲਦਾ ਤਾਰੇ ਹੈਨ ਪਰ ਛਿਪ ਜਾਂਦੇ, ਅੰਧੇਰਾ ਹੈ ਪਰ ਅੰਧੇਰਾ ਰਹਿੰਦਾ ਨਹੀਂ। ਉਵੇਂ ਗੁਰੂ ਨਾਨਕ ਰੂਪੀ ਸੂਰਜ ਚੜ੍ਹਿਆ ਗਿਆਨ ਦਾ, ਤੇ ਜਿੰਨੇ ਵਹਿਮਾਂ ਭਰਮਾਂ ਪਖੰਡਾਂ ਵਿੱਚ ਦੁਨੀਆ ਨੂੰ ਪਾਉਣ ਵਾਲੇ ਸੀ ਉਹ ਸਾਰੇ ਛੁਪ ਗਏ। ਗੁਰੂ ਨਾਨਕ ਨੇ ਸ਼ਬਦਾਂ ਦੇ ਨਾਲ ਦੁਨੀਆ ਨੂੰ ਜੋੜ ਕੇ ਜਿਹੜੀ ਲੁਕਾਈ ਸੜਬਲ ਰਹੀ ਸੀ ਵਿਕਾਰਾਂ ਵਿੱਚ, ਉਹਨੂੰ ਨਿਰੰਕਾਰ ਦੇ ਨਾਮ ਨਾਲ ਜੋੜ ਕੇ ਨਿਰੰਕਾਰ ਦੇ ਰਾਹ ਤੇ ਤੋਰਨ ਦਾ ਯਤਨ ਕੀਤਾ। ਇਸੇ ਲਈ ਸਤਿਗੁਰੂ ਦੀ ਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਬਾਬੇ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਪਰ ਜਲ ਕਿਉਂ ਰਹੀ ਸੀ ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਿਨਾਂ ਅੰਧਕਾਰ ਸੀ। ਫਿਰ ਗੁਰੂ ਨਾਨਕ ਨੇ ਨਿਰਣਾ ਕੀਤਾ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਤੇ ਗੁਰੂ ਨਾਨਕ ਕੀ ਕਰਨ ਤੁਰੇ ਜੀ? ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਲ ਜੁੜ ਕੇ ਦੁਨੀਆ ਨੂੰ ਤਾਰਨ ਦਾ ਜਿਹੜਾ ਸੱਦਾ ਸੀ ਉਹ ਗੁਰੂ ਨਾਨਕ ਨੇ ਆਰੰਭ ਕੀਤਾ। ਭਟਕਣਾ ਵਿੱਚ ਪਿਆਂ ਨੂੰ ਸਿੱਧਾ ਰਾਹ ਵਿਖਾਇਆ। ਸ਼ਬਦਾਂ ਨਾਲ ਜੋੜ ਕੇ ਜਿਹੜੇ ਦੁਬਿਧਾ ਵਿੱਚ ਸੀ ਉਹਨਾਂ ਨੂੰ ਸਹੀ ਸੇਧ ਦਿੱਤੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਬਾਣੀ ਨੂੰ ਰਚਿਆ, ਹੁਣ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਾਧ ਸੰਗਤ ਆਸਾ ਕੀ ਵਾਰ ਦਾ ਰੋਜ਼ ਕੀਰਤਨ ਹੁੰਦਾ ਹੈ। ਗੁਰੂ ਨੇ ਆਰੰਭ ਵਿੱਚ ਹੀ 2 ਸ਼ਲੋਕ ਬਖਸ਼ੇ ਨੇ। ਪਹਿਲਾ ਸ਼ਲੋਕ ਗੁਰੂ ਨਾਨਕ ਜੀ ਦਾ, ਦੂਜਾ ਸ਼ਲੋਕ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦਾ। ਹੁਣ ਪਹਿਲਾ ਸ਼ਲੋਕ ਗੁਰੂ ਦੇ ਮਿਲਾਪ ਦਾ ਹੈ, ਗੁਰੂ ਦੇ ਨਾਲ ਇੱਕ ਮਿਕ ਹੋਣ ਦਾ ਹੈ। ਗੁਰੂ ਨਾਲ ਮਿਲ ਕੇ ਕੀ ਹੋਇਆ? ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ। ਗੁਰੂ ਨਾਨਕ ਕਹਿੰਦੇ ਮੈਂ ਬਲਿਹਾਰ ਜਾਂਦਾ ਗੁਰੂ ਤੋਂ, ਸਦਾ ਲਈ ਬਲਿਹਾਰ ਜਾਂਦਾ। ਕਿਉਂ? ਕਿਉਂਕਿ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਵਾਰ ਸ਼ਬਦ ਦਾ ਇੱਥੇ ਅਰਥ ਹੈ ਦੇਰੀ। ਗੁਰੂ ਨੂੰ ਦੇਰੀ ਨਹੀਂ ਲੱਗਦੀ ਇੱਕ ਆਮ ਜਿਹੇ ਮਨੁੱਖ ਨੂੰ ਦੇਵਤਾ ਬਣਾਉਣ ਵਿੱਚ। ਗੁਰੂ ਨਾਲ ਜੁੜਨ ਦੀ ਸਾਡੇ 'ਚ ਦੇਰੀ ਹੋ ਸਕਦੀ ਹੈ, ਪਰ ਜਦੋਂ ਕਿਤੇ ਗੁਰੂ ਨਾਲ ਜੁੜ ਜਾਵਾਂਗੇ ਨਾ, ਆਮ ਜਿਹਾ ਜੀਵਨ ਵੀ ਫਿਰ ਦੇਵਤਾ ਸਮਾਨ ਹੋ ਜਾਏਗਾ, ਗੁਣਾ ਸਮਾਨ ਹੋ ਜਾਏਗਾ। ਸਾਧ ਸੰਗਤ ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਨਹੀਂ, ਗੁਰੂ ਅੰਗਦ ਦੇਵ ਜੀ ਦਾ ਅਗਲਾ ਸ਼ਲੋਕ ਹੈ ਜੀ, ਕਹਿੰਦੇ ਜੇ 100 ਚੰਦਾ ਉਗਵੈ ਸੂਰਜ ਚੜੇ 1000। ਮੈਂ ਆਪਣੇ ਉਸਤਾਦ ਜੀ ਤੋਂ ਹੀ ਤੇ ਅਰਥ ਪੁੱਛੇ ਗਿਆਨੀ ਸਾਹਿਬ ਸਿੰਘ ਜੀ ਕੋਲੋਂ। ਉਹ ਕਹਿੰਦੇ ਬਾਹਰੀ ਗਿਆਨ ਜਿੰਨਾ ਮਰਜ਼ੀ ਹੋ ਜਾਏ, ਸਾਡੇ ਕੋਲ ਜਿੰਨੀਆਂ ਮਰਜ਼ੀ ਡਿਗਰੀਆਂ ਹੋਣ, ਅੱਜ ਤੁਸੀਂ ਵੇਖੋ ਨਾ, ਅੱਜ ਸਾਡੇ ਕੋਲ ਕਮੀ ਨਹੀਂ ਹੈ ਦੁਨਿਆਵੀ ਪੜ੍ਹਾਈ ਦੀ, ਬੜਾ ਗਿਆਨ ਹੈ। ਜੰਮਦੇ ਹੋਏ ਬੱਚਿਆਂ ਨੂੰ ਵੀ ਬਹੁਤ ਗਿਆਨ ਨੇ। ਅਸੀਂ ਵੱਡੇ ਤੋਂ ਵੱਡੀਆਂ ਡਿਗਰੀਆਂ ਵੀ ਲੈ ਲਈਏ, ਪਰ ਯਾਦ ਰੱਖਿਓ ਅਧਿਆਤਮਿਕ ਗਿਆਨ ਗੁਰੂ ਤੋਂ ਬਿਨਾਂ ਨਹੀਂ ਮਿਲਣਾ। ਸਤਿਗੁਰੂ ਕਹਿੰਦੇ ਨੇ ਜੇ 100 ਚੰਦਾ ਉਗਵੈ ਸੂਰਜ ਚੜੇ 1000। ਇੰਨਾ ਗਿਆਨ ਬਾਹਰੀ ਤੌਰ ਤੇ ਹੋ ਜਾਵੇ ਮਨੁੱਖ ਨੂੰ, ਪਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨਾ ਚਾਨਣ ਹੁੰਦਿਆਂ ਵੀ ਪਿਆਰਿਓ ਜੇ ਗੁਰੂ ਦਾ ਆਤਮਿਕ ਗਿਆਨ ਨਹੀਂ ਤੇ ਆਪਾਂ ਅੰਧਕਾਰ ਵਿੱਚ ਫਿਰ ਰਹੇ। ਹਲੇ ਸੋਝੀ ਨਹੀਂ ਆਈ। ਮੈਂ ਜਦੋਂ ਗੁਰੂ ਅਮਰਦਾਸ ਜੀ ਨੂੰ ਪੜ੍ਹਦਾ, ਉਹ ਕਹਿੰਦੇ ਨੇ ਜਿਹੜਾ ਅਸੀਂ ਬਾਹਰੀ ਤੌਰ ਤੇ ਜੁੜੇ ਆ ਨਾ, ਅਸੀਂ ਇਸ ਤਰ੍ਹਾਂ ਮੁਕਤ ਨਹੀਂ ਹੋ ਸਕਦੇ। ਅਸੀਂ ਗੁਰੂ ਕੋਲ ਆਉਂਦੇ ਆ, ਮੱਥਾ ਟੇਕਿਆ, ਪ੍ਰਕਰਮਾ ਕੀਤੀ, ਫਿਰ ਮੱਥਾ ਟੇਕਿਆ ਤੇ ਉਸੇ ਪੈਰੀ ਮੁੜ ਗਏ। ਮੈਂ ਗੁਰੂ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਐਵੇਂ ਮੁਕਤੀ ਮਿਲ ਜਾਏਗੀ, ਐਵੇਂ ਕਿਰਪਾ ਹੋ ਜਾਏਗੀ? ਤੇ ਗੁਰੂ ਜੀ ਨੇ ਜਵਾਬ ਦਿੱਤਾ, ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਐਵੇਂ ਤਾਂ ਸਾਰੇ ਆਉਂਦੇ ਨੇ, ਐਵੇਂ ਤਾਂ ਸਾਰੀ ਦਰਸ਼ਨ ਕਰਦੇ ਨੇ, ਪਰ ਯਾਦ ਰੱਖਿਓ ਡਿੱਠੇ ਮੁਕਤ ਨਾ ਹੋਵਈ। ਕੱਲਾ ਵੇਖਿਆ ਮੁਕਤੀ ਨਹੀਂ ਮਿਲਣੀ। ਕਦੋਂ ਤੱਕ ਮੁਕਤੀ ਨਹੀਂ ਮਿਲਣੀ? ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਤੁਸੀਂ ਸ਼ਬਦ ਨਾਲ ਨਹੀਂ ਜੁੜਦੇ, ਜਦੋਂ ਤੱਕ ਸੋਝੀ ਨਹੀਂ ਆਈ ਵੀ ਮੇਰਾ ਗੁਰੂ ਕਹਿੰਦਾ ਕੀ ਹੈ, ਉਦੋਂ ਤੱਕ ਤੁਸੀਂ ਰਾਹ ਤੇ ਚੱਲੋਗੇ ਨਹੀਂ।
ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਰੂ ਦਾ ਗਿਆਨ ਆ ਗਿਆ ਉਹਨਾਂ ਦੀ ਸਾਰੀ ਭਟਕਣਾ ਮਿਟ ਗਈ, ਤੇ ਜਿਹਨਾਂ ਦਾ ਹਲੇ ਗੁਰੂ ਨਾਲ ਜੁੜਨਾ ਨਹੀਂ ਹੋਇਆ ਉਹ ਹਲੇ ਵੀ ਅਗਿਆਨਤਾ ਵਿੱਚ ਭਟਕਦੇ ਰਹਿੰਦੇ। ਇਤਿਹਾਸ ਦੀ ਬੜੀ ਪਿਆਰੀ ਘਟਨਾ ਹੈ। ਜਦੋਂ ਤੁਸੀਂ ਤੀਜੇ ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਪੜ੍ਹੋ, ਉਹਨਾਂ ਦੀ ਜ਼ਿੰਦਗੀ ਦੇ ਪਹਿਲੇ ਲਗਭਗ 62 ਸਾਲ ਗੁਰੂ ਤੋਂ ਬਿਨਾਂ ਨੇ। ਉਹਨਾਂ 62 ਸਾਲਾਂ ਵਿੱਚ ਉਹਨਾਂ ਨੇ 20 ਵਾਰ ਗੰਗਾ ਦੀ ਯਾਤਰਾ ਕੀਤੀ, ਦਾਨ ਪੁੰਨ ਵੀ ਬੜਾ ਕੀਤਾ। ਹਰ ਸਾਲ ਉਹਨਾਂ ਜਾਣਾ, 1 ਮਹੀਨਾ ਕਿਨਾਰੇ ਤੇ ਰਹਿ ਕੇ ਤੀਰਥ ਤੇ ਦਾਨ ਪੁੰਨ ਇਸ਼ਨਾਨ ਤਿੰਨੋਂ ਕੰਮ ਕਰਨੇ। ਧਰਮੀ ਦੁਨੀਆ 'ਚ ਤਿੰਨੇ ਬੜੇ ਪਵਿੱਤਰ ਮੰਨੇ ਜਾਂਦੇ ਨੇ। ਹੁਣ ਹੋਇਆ ਕਿ ਜਦੋਂ 20ਵੀਂ ਯਾਤਰਾ ਤੇ ਜਾਂਦੇ ਨੇ, ਉਹਨਾਂ ਦੀ ਮਿੱਤਰਤਾ ਇੱਕ ਪੰਡਤ ਜੀ ਨਾਲ ਪੈ ਗਈ। ਪੰਡਤ ਮਿੱਤਰ ਦੇ ਨਾਲ ਵਿਚਾਰ ਮਿਲੇ, ਸੁਭਾਅ ਮਿਲਿਆ ਤੇ ਸਾਧ ਸੰਗਤ ਮਿੱਤਰ ਬਣ ਬੈਠੇ। 1 ਮਹੀਨੇ ਦਾ ਲੰਬਾ ਸਮਾਂ ਉਹ ਪੰਡਤ ਮਿੱਤਰ ਦੇ ਨਾਲ ਰਹੇ। ਜਦੋਂ ਆਪਣੇ ਨਗਰ ਜਾਣ ਦਾ ਵੇਲਾ ਆਇਆ ਤੇ ਗੁਰੂ ਅਮਰਦਾਸ ਜੀ, ਮੈਂ ਹਲੇ ਗੁਰੂ ਇਸ ਲਈ ਵਰਤ ਰਿਹਾ ਹਲੇ, ਪਰ ਗੁਰੂ ਬਣੇ ਨਹੀਂ, ਮੈਂ ਬੇਨਤੀ ਕਰਾਂ, ਬਾਬਾ ਅਮਰਦਾਸ ਦੇ ਰੂਪ ਵਿੱਚ ਉਹਨਾਂ ਨੇ ਪੰਡਤ ਮਿੱਤਰ ਨੂੰ ਇੱਕ ਗੱਲ ਆਖੀ, ਮਿੱਤਰ ਜੀ ਤੁਹਾਡੇ ਨਾਲ ਸੁਭਾਅ ਵੀ ਮਿਲਿਆ, ਵਿਚਾਰ ਵੀ ਮਿਲੇ ਨੇ, ਹੁਣ ਇਹ ਮਿੱਤਰਤਾ ਐਵੇਂ ਨਹੀਂ ਰਹਿਣੀ ਚਾਹੀਦੀ। ਕਿੰਨਾ ਚੰਗਾ ਹੋਵੇ ਕੁਝ ਸਮਾਂ ਆਪਾਂ ਇਕੱਠੇ ਰਹੀਏ। ਮੈਂ ਆਪਣੇ ਨਗਰ ਚੱਲਿਆ, ਤੁਸੀਂ ਮੇਰੇ ਨਾਲ ਮੇਰੇ ਨਗਰ ਚੱਲ। ਇੱਕ ਮਿੱਤਰ ਨੇ ਕਹੀ, ਦੂਜਾ ਮਿੱਤਰ ਨਾ ਨਹੀਂ ਕਰ ਸਕਦਾ। ਉਹ ਪੰਡਤ ਮਿੱਤਰ ਬਾਬਾ ਅਮਰਦਾਸ ਦੇ ਨਾਲ ਉਹ ਤੁਰਿਆ। ਲੰਬਾ ਪੈਂਡਾ ਤੈਅ ਕਰ ਰੱਬ ਦੀਆਂ ਗੱਲਾਂ ਕਰਦਿਆਂ, ਸਾਧ ਸੰਗਤ ਤੀਰਥਾਂ ਦੀਆਂ ਗੱਲਾਂ ਕਰਦਿਆਂ ਉਹ ਬਾਸਰਕੇ ਦੀ ਧਰਤੀ ਤੇ ਪਹੁੰਚੇ। ਗੁਰੂ ਅਮਰਦਾਸ ਜੀ ਦਾ ਨਗਰ ਬਾਸਰਕੇ ਦੀ ਧਰਤੀ ਤੇ ਸ਼ਾਮ ਦਾ ਵੇਲਾ ਹੈ। ਪ੍ਰਸ਼ਾਦਾ ਪਾਣੀ ਘਰਦਿਆਂ ਤਿਆਰ ਕੀਤਾ, ਇਸ਼ਨਾਨ ਪਾਣੀ ਕਰ ਪ੍ਰਸ਼ਾਦਾ ਛਕਣ ਲਈ ਦੋਨੋਂ ਬੈਠ ਗਏ। ਇੱਕ ਪਾਸੇ ਬਾਬਾ ਅਮਰਦਾਸ ਜੀ, ਦੂਜੇ ਪਾਸੇ ਨਾਲ ਆਇਆ ਉਹ ਪੰਡਤ ਮਿੱਤਰ। ਜਦੋਂ ਪ੍ਰਸ਼ਾਦੇ ਦਾ ਥਾਲ ਸਾਹਮਣੇ ਆਇਆ, ਆਪਣੇ ਮਤ ਦੇ ਅਨੁਸਾਰ ਉਹ ਹਰ ਰੋਜ਼ ਕਰਦਾ ਸੀ, ਉਹ ਪੰਡਤ ਮਿੱਤਰ ਉਹਨੇ ਪਾਣੀ ਲਿਆ ਹੱਥ ਵਿੱਚ ਤੇ ਕਾਰ ਕੱਢੀ ਪ੍ਰਸ਼ਾਦੇ ਦੀ, ਤੇ ਨਾਲ ਉਹ ਕਾਰ ਕੱਢ ਕੇ ਪੁੱਛਦਾ, ਬਾਬਾ ਅਮਰਦਾਸ ਅੱਜ ਇੱਕ ਮੇਰੇ ਮਨ 'ਚ ਨਾ ਸਵਾਲ ਆਇਆ, ਗੱਲ ਆਈ ਹੈ ਔਰ ਬੜੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਪੁੱਛਣੀ ਸੀ ਜਿੱਦਣ ਮਿੱਤਰ ਬਣਾਇਆ ਸੀ, ਪਰ ਫਿਰ ਵੀ ਮੇਰੇ ਮਨ ਵਿੱਚ ਉਹ ਗੱਲ ਆਈ ਨਹੀਂ, ਅੱਜ ਆਈ ਹੈ, ਤੈਨੂੰ ਪੁੱਛਣਾ ਚਾਹੁੰਦਾ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਪੰਡਤ ਮਿੱਤਰ ਜੀ ਪੁੱਛੋ ਕਿਹੜੀ ਗੱਲ ਹੈ। ਕਹਿਣ ਲੱਗੇ, ਬਾਬਾ ਅਮਰਦਾਸ ਤੈਨੂੰ 20ਵੀਂ ਯਾਤਰਾ ਤੇ ਤੂੰ ਗਿਆ, ਲੰਬਾ ਸਮਾਂ ਹੋ ਗਿਆ ਤੀਰਥ ਯਾਤਰਾ ਕਰਦਿਆਂ, ਦਾਨ ਪੁੰਨ ਕਰਦਿਆਂ, ਇਸ਼ਨਾਨ ਕਰਦਿਆਂ, ਤੂੰ ਧਰਮੀ ਵੀ ਬੜੇ, ਧਰਮ ਦੀਆਂ ਗੱਲਾਂ ਵੀ ਬਹੁਤ ਕਰਦਾ, ਕੋਈ ਕਮੀ ਨਹੀਂ ਤੇਰੇ ਜੀਵਨ ਵਿੱਚ। ਪਰ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਹਾਂ ਕਿ ਇੰਨੀ ਸਿੱਖਿਆ, ਇੰਨਾ ਗਿਆਨ ਤੈਨੂੰ ਕਿਸ ਗੁਰੂ ਕੋਲੋਂ ਮਿਲਿਆ, ਤੇਰਾ ਗੁਰੂ ਕੌਣ ਹੈ? ਆਹ ਸਵਾਲ ਸੀ ਜੀ। ਮੈਂ ਬੇਨਤੀ ਕਰਾਂ, ਮੈਂ ਕੱਲੀ ਕਥਾ ਕਰਕੇ ਨਹੀਂ ਜਾਣਾ, ਇਹ ਸਵਾਲ ਤੁਸੀਂ ਵੀ ਆਪਣੇ ਅੰਦਰ ਝਾਤ ਮਾਰਨੀ ਹੈ। ਜਿਹੜਾ ਬਾਬਾ ਅਮਰਦਾਸ ਨੂੰ ਸਵਾਲ ਹੋਇਆ ਨਾ ਵੀ ਤੇਰਾ ਗੁਰੂ ਕੌਣ ਹੈ, ਤੇ ਬਾਬਾ ਅਮਰਦਾਸ ਜੀ ਨੂੰ ਜਦੋਂ ਸਵਾਲ ਹੋਇਆ ਤੇ ਉਹਨਾਂ ਆਖਿਆ, ਕਹਿਣ ਲੱਗੇ, ਪੰਡਤ ਮਿੱਤਰ ਜੀ ਮੇਰੇ ਮਨ ਵਿੱਚ ਆਇਆ, ਮੈਂ ਤੀਰਥ ਯਾਤਰਾ ਤੇ ਜਾਣ ਲੱਗ ਪਿਆ, ਮਨ ਵਿੱਚ ਆਇਆ, ਦਾਨ ਪੁੰਨ ਕੀਤਾ ਜਿਵੇਂ ਦੁਨੀਆ ਕਰਦੀ ਸੀ, ਮੈਂ ਧਰਮ ਦੀਆਂ ਗੱਲਾਂ ਬੜੀਆਂ ਕਰਦਾ, ਪਰ ਤੁਸੀਂ ਮਿੱਤਰ ਹੋ ਇਸ ਗੱਲ ਲਈ ਸੱਚ ਕਹਿਣਾ ਚਾਹੁੰਦਾ ਵੀ ਸਭ ਕੁਝ ਕਰਦਾ, ਪਰ ਹਲੇ ਤੱਕ ਮੈਂ ਗੁਰੂ ਕੋਈ ਧਾਰਨ ਨਹੀਂ ਕੀਤਾ। ਆ ਸ਼ਬਦ ਸੁਣੇ ਸੀ। ਬਾਬਾ ਅਮਰਦਾਸ ਕੋਲ ਬੈਠਾ ਉਹ ਪੰਡਤ ਮਿੱਤਰ ਇੱਕਦਮ ਖੜੋ ਗਿਆ। ਉਹਨੇ ਕ੍ਰੋਧ ਵਿੱਚ ਆ ਕੇ ਇੱਕ ਸ਼ਬਦ ਕਿਹਾ, ਕਹਿਣ ਲੱਗਿਆ, ਬਾਬਾ ਅਮਰਦਾਸ ਤੇਰੇ ਕਾਲਿਆਂ ਤੋਂ ਚਿੱਟੇ ਆ ਗਏ, ਤੂੰ ਬਜ਼ੁਰਗੀ ਦੀ ਦਹਲੀਜ਼ ਤੇ ਪਹੁੰਚ ਗਿਆ,
ਤੂੰ ਕਰਮ ਧਰਮ ਭਾਵੇਂ ਜਿਤਨੇ ਮਰਜੀ ਕਰ ਰਿਹਾ ਹੈ, ਪਰ ਜੇ ਤੂੰ ਹਲੇ ਨਗੁਰਾ ਹੈ, ਤੇਰੇ ਨਗੁਰੇ ਨੂੰ ਮਿੱਤਰ ਬਣਾ ਕੇ ਮੈਂ ਆਪਣਾ ਵੀ ਕਰਮ ਧਰਮ ਨਸ਼ਟ ਕਰ ਲਿਆ। ਕਦੋਂ ਗੁਰੂ ਵਾਲਾ ਬਣੇਗਾ? ਕਦੋਂ ਦੁਨੀਆ ਵਿੱਚ ਗੁਰੂ ਧਾਰਨ ਕਰੇਗਾ? ਜ਼ਿੰਦਗੀ ਦਾ ਸਫ਼ਰ ਤੂੰ ਅੱਧ ਤੋਂ ਵੱਧ ਮੁਕਾ ਚੁੱਕਿਆ। ਧਿਆਨ ਕਰਿਓ, ਉਹ ਪੰਡਤ ਮਿੱਤਰ ਇਸ ਤਰ੍ਹਾਂ ਕਹਿ ਕੇ ਨਾ ਪ੍ਰਸ਼ਾਦੇ ਦਾ ਥਾਲ ਵਿੱਚ ਛੱਡ ਕੇ ਚਲਾ ਗਿਆ। ਪਰ ਯਾਦ ਰੱਖਿਓ, ਕਈ ਵਾਰ ਕਿਸੇ ਦੀ ਕਹੀ ਗੱਲ ਅੰਦਰ ਨੂੰ ਲੱਗਦੀ ਬੜੀ। ਮਿੱਤਰ ਨੇ ਕਹੀ ਸੀ, ਬਾਬਾ ਅਮਰਦਾਸ ਦੇ ਅੰਦਰ ਨੂੰ ਇੰਨੀ ਕੁ ਲੱਗ ਗਈ, ਇਤਿਹਾਸ ਕਹਿੰਦੇ 3 ਦਿਨ ਨਾ ਸੁੱਤੇ, ਨਾ ਆਰਾਮ ਕੀਤਾ, ਨਾ ਕੁਝ ਛਕਿਆ ਤੇ ਨਾ ਕੁਝ ਪੀਤਾ। ਕੇਵਲ ਇੱਕ ਕਾਰਜ ਕਰਦੇ ਨੇ, ਅੱਖਾਂ ਚੋਂ ਅਥਰੂ ਕਿਰਦੇ ਨੇ ਤੇ ਉਹ ਆਪਣੇ ਮਿੱਤਰ ਦੀ ਕਹੀ ਗੱਲ ਚੇਤੇ ਆਉਂਦੀ, ਬਾਬਾ ਅਮਰਦਾਸ ਹਲੇ ਤੱਕ ਨਿਗੁਰਾ ਹੈ। ਕਹਿੰਦੇ ਅੱਜ ਚੌਥੇ ਦਿਨ ਦਾ ਅੰਮ੍ਰਿਤ ਵੇਲਾ ਸੀ, ਸਵੇਰ ਦਾ, ਤੇ ਵਿਹੜੇ ਦੀ ਦੀਵਾਰ ਨਾਲ ਲੱਗ ਕੇ ਖੜੋਤੇ ਨੇ, ਅੱਖਾਂ ਚੋਂ ਅਥਰੂ ਕੇਰ ਰਹੇ ਨੇ, ਮਿੱਤਰ ਦੀਆਂ ਗੱਲਾਂ ਚੇਤੇ ਆ ਰਹੀਆਂ। ਅਚਾਨਕ ਦੀਵਾਰ ਦੇ ਪਰਲੇ ਪਾਸਿਓਂ ਇੱਕ ਆਵਾਜ਼ ਕੰਨਾਂ ਵਿੱਚ ਪਈ। ਉਹ ਕੱਲੀ ਆਵਾਜ਼ ਨਹੀਂ ਸੀ, ਉਹ ਬਾਬਾ ਅਮਰਦਾਸ ਨੂੰ ਐਵੇਂ ਲੱਗ ਰਹੀ ਸੀ ਜਿਵੇਂ ਕੋਈ ਦਵਾਈ ਲੱਗਦੀ ਹੋਵੇ। ਕਹਿੰਦੇ ਦੀਵਾਰ ਦੇ ਪਰੇ ਗਏ, ਭਰਾ ਦਾ ਘਰ ਹੈ ਤੇ ਭਰਾ ਦੇ ਪੁੱਤਰ ਦੀ ਜਿਹੜੀ ਘਰ ਵਾਲੀ ਹੈ, ਉਹ ਮਧਾਣੀ ਚਲਾ ਰਹੀ ਹੈ ਤੇ ਨਾਲ ਗਾ ਰਹੀ, ਆਵਾਜ਼ ਵਿੱਚ ਉੱਚੀ ਉੱਚੀ ਬੋਲ ਰਹੀ, ਆਪਣੀ ਮਸਤੀ ਵਿੱਚ ਮਗਨ ਹੈ। ਬਾਬਾ ਅਮਰਦਾਸ ਕੋਲ ਜਾ ਕੇ ਖੜੋਲੇ। ਘਰ ਦੇ ਵਿੱਚ ਸਭ ਤੋਂ ਵੱਡੇ ਨੇ। ਹੁਣ ਵੱਡੇ ਬਾਬਾ ਅਮਰਦਾਸ ਜੀ ਨੂੰ ਵੇਖਿਆ ਤੇ ਬੀਬੀ ਅਮਰੋ ਘਰ ਦੀ ਨੂੰਹ ਹੈ, ਉਹਨੇ ਨਮਸਕਾਰ ਕੀਤੀ, ਨਾਲ ਪੁੱਛਿਆ, ਪਿਤਾ ਜੀ ਅੱਜ ਸਵੇਰੇ ਸਵੇਰੇ? ਕਹਿੰਦੇ, ਧੀਏ ਕੀ ਦੱਸਾਂ, 4 ਦਿਨ ਪਹਿਲਾਂ ਕੋਈ ਰੋਗ ਦੱਸ ਗਿਆ ਸੀ, ਤੇਰੇ ਬੋਲਾਂ ਚੋਂ ਮੈਨੂੰ ਦੁਆ ਨਜ਼ਰ ਆਉਂਦੀ ਪਈ, ਤੇਰੇ ਬੋਲਾਂ ਚੋਂ ਦੁਆ ਨਜ਼ਰ ਆਉਂਦੀ। ਆ ਤੂੰ ਜਿਹੜੀ ਮਧਾਣੀ ਚਲਾਉਂਦਿਆਂ ਗਾ ਰਹੀ ਸੀ, ਇਹ ਹੈ ਕੀ ਸੀ? ਤੇ ਬੀਬੀ ਅਮਰੋ ਨੇ ਬੜੇ ਪਿਆਰ ਨਾਲ ਕਿਹਾ, ਪਿਤਾ ਜੀ ਇਹ ਕੋਈ ਆਮ ਬੋਲ ਨਹੀਂ ਸੀ, ਇਹ ਗੁਰੂ ਨਾਨਕ ਦੀ ਬਾਣੀ ਸੀ। ਇਹ ਗੁਰੂ ਨਾਨਕ ਦੀ ਬਾਣੀ ਸੀ। ਪੁੱਤਰੀ ਇੱਕ ਕਿਰਪਾ ਕਰ ਮੇਰੇ ਤੇ, ਜਿਹੜੇ ਬੋਲ ਤੂੰ ਗਾ ਰਹੀ ਸੀ ਇੱਕ ਵਾਰ ਬੋਲ ਕੇ ਮੈਨੂੰ ਸੁਣਾ ਦੇ। ਫਿਰ ਕੋਲ ਬੈਠ ਕੇ ਬਾਬਾ ਅਮਰਦਾਸ ਤੇ ਬੀਬੀ ਅਮਰੋ ਇੱਕ ਨੂੰ ਆਪਣੇ ਰਿਸ਼ਤੇ 'ਚ ਲੱਗਦੇ ਸਹੁਰੇ ਨੂੰ ਸੁਣਾ ਰਹੀ ਸੀ। ਤੇ ਕੀ ਸੁਣਾ ਰਹੀ ਸੀ? ਮਾਰੂ ਮਹੱਲਾ ਪਹਿਲਾ, 990 ਅੰਗ ਤੇ ਸ਼ਬਦ ਹੈ। ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉ ਜਿਉ ਕਿਰਤ ਚਲਾਈਏ ਤਉ ਚਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਵਣ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਸੇ ਉੱਪਰ ਮਨ ਜਲਿਆ, ਸੰਨੀ ਚਿੰਤ ਭਈ। ਤੇ ਜਦੋਂ ਬੀਬੀ ਅਮਰੋ ਨੇ ਕਿਹਾ ਭਇਆ ਮਨੂਰ, ਬੀਬੀ ਅਮਰੋ ਨੂੰ ਰੋਕ ਕੇ ਕਹਿੰਦੇ, ਬਾਬਾ ਅਮਰਦਾਸ ਕਹਿੰਦੇ, ਪੁੱਤਰੀ ਆ ਤੇਰੇ ਸਾਹਮਣੇ ਮਨੂਰ ਬੈਠਾ, ਤੇਰੇ ਸਾਹਮਣੇ ਮਨੂਰ ਬੈਠਾ, ਜਿਹਨੇ ਜ਼ਿੰਦਗੀ ਦਾ ਕੀਮਤੀ ਸਮਾਂ ਨਿਗੁਰੇ ਪਣ ਵਿੱਚ ਕੱਢ ਲਿਆ। ਮਨੂਰ ਸ਼ਬਦ ਦਾ ਅਰਥ ਹੁੰਦਾ ਹੈ ਜਿਹੜੇ ਲੋਹੇ ਨੂੰ ਜੰਗ ਲੱਗ ਜੇ, ਕਿਸੇ ਕੰਮ ਦਾ ਨਾ ਰਹੇ, ਉਹਨੂੰ ਮਨੂਰ ਕਹਿੰਦੇ ਨੇ। ਹੁਣ ਤਾਂ ਭਾਵੇਂ ਪੰਜਾਬੀ ਦੇ ਸ਼ਬਦ ਆਪਾਂ ਵਿਸਰਦੇ ਜਾ ਰਹੇ ਹਾਂ। ਸਾਧ ਸੰਗਤ, ਮੈਂ ਕਈ ਥਾਵਾਂ ਤੇ ਬੇਨਤੀ ਕਰਦਾ ਵੀ ਪਿਆਰਿਓ, ਗਿਣਤੀ ਤੇ ਮਾਤ ਭਾਸ਼ਾ ਨੂੰ ਨਾ ਭੁੱਲ ਜਾਈ। ਮੈਂ ਸ਼ਬਦ 63 ਵਰਤਿਆ, 64 ਵਰਤਿਆ, 75 ਵਰਤਿਆ। ਆ ਜਿਹੜੇ ਨਵੀਂ ਪਨੀਰੀ ਹੈ ਨਾ, ਇਹਨੂੰ ਪਤਾ ਹੀ ਨਹੀਂ ਚੱਲਣਾ ਵੀ 75 ਕਿੰਨੇ ਹੁੰਦੇ ਨੇ, ਦੱਸਣਾ ਪੈਂਦਾ ਵੀ 75 ਹੁੰਦੇ, ਇਹਨਾਂ ਨੂੰ ਨਹੀਂ ਪਤਾ।
पर पता होना चाहिए। ध्यान करियो, बीबी अमरो सामने बैठे बाबा अमरदास कहंदे पुत्री तेरे सामने मनूर बैठे, बेकार हो गया जीवन सारा। ते बीबी अमरो सी भरोसे वाली, कहन लगी पिता जी मेरे गुरु नानक कहंदे ने मनूर जीवन भी सोने वर्गा कीमती हो सकदा है। पुत्री ओ किवें? ते बीबी अमरो ने कहा सी भया मनूर कंचन फिर होवे जे गुर मिले तनेहा। कहंदे पिता जी जे पूरा गुरु मिल जाए ते एक मनूर जीवन नूं भी सोने वर्गा कीमती बना सकदा। पुत्री ऐसा की हुंदा है गुरु कोल? कहन लगे पिता जी गुरु कोल नाम दी दात हुंदी, एक नाम अमृत ओह देवै तो नानक त्रिष्ट सदेहा। ते जिन्हों गुरु दात दे दे वो पूरी तरह गुरु तृप्त कर देंदा है। हथ जुड़ गए बाबा अमरदास दे, पुत्री एक किरपा कर मेरे ते। हथ पकड़ के बीबी अमरो ने कहा सी पिता जी हाथ ना जोड़ो, हुक्म करो। कहन लगे पुत्री जेड़े गुरु दी बाणी है उस गुरु को ले चल। ध्यान करियो, उस गुरु को ले चल। ते अगों बीबी अमरो कहन लगी पिता जी गुरु नानक तां शरीर रूप विच संसार तो ज्योति जो समा गए ने, पर उन्हां दी जोत गुरु अंगद दे पातशाह विच है। मेरे पिता ने तुहाडे रिश्ते च कुड़म लगदे ने, मेरे पिता ने तुहाडे रिश्ते च कुड़म लगदे ने, तुसीं मिल चुके हो। पुत्री हुण ले चल। आ हुण मैं दुनिया का रिश्ता लेके नहीं जाना, हुण मैं एक सेवक बन के जाना है। बीबी अमरो देखो दुनिया विच इहो जी नूह बन जायो, अपने सौहरे नूं लेके खंडूर नूं चल पई। जदों खंडूर पहुंची ना बीबी अमरो, घर दा बूहा टप्पी, गुरु अंगद देव जी सामने बैठे ने, जानी जान पिता। कहन लगे पुत्री कोई इधरों सद्दा नहीं, कोई उधरों कोई सद्दा पत्तर नहीं, अचानक किवें? ते बीबी अमरो हाथ जोड़ के कहंदी पिता गुरु जी मैं आप नहीं आई, किसे नूं लेके आई। ते गुरु अंगद देव जी दे बचन सी, कहंदे जिन्हों लेके आई उन्हों बाहर क्यों खड़ा के आई है, उन्हों भी ले आ। साध संगत जदों अंदर आए ना, हुण दुनियावी रिश्ता है कुड़माचारी दा। गुरु अंगद देव जी तख्त तो खड़ोए, गुरु अंगद देव सामने जदों बाबा अमरदास दे रूप विच गुरु अमरदास आउंदे ने, वो गलवकड़ी विच लेन वाले खड़ोते गुरु अंगद देव जी दे गलवकड़ी दी बजाए चरना विच सिर झुका देंदे। कहंदे सच्चे पातशाह अज दुनिया दा रिश्ता लेके नहीं आया, अज तेरा सेवक बन के आया। ते सेवक दी निशानी की? कदे गुरु दी बाणी नूं पुछो ना सेवक हुंदा कौन है? ते सतगुरु गुरु अर्जन दे पातशाह कहंदे गुर कै ग्रह सेवक जो रहे। असी सारे कह तां देंदे जी मैं गुरु घर नाल जुड़िया, पर जुड़न दा तरीका हुंदा है प्यारिओ। गुरु घर नाल जुड़न दी मर्यादा है, ते मर्यादा की है? गुर कै ग्रह सेवक जो रहे, गुर की आज्ञा मन में सह। ते जिथे गुरु दी आज्ञा नूं सहन कर दे उथे आपस को कर कश ना जनावे। हर हर नाम हृदय सद ध्यावे, मन बेचै सतगुर के पास ते सेवक के कारज रास। बाबा अमरदास ने अपना मन गुरु अगे अर्पण कर दिता। गुरु जी मैं तो सेवक बन के आया। सतगुरु ने सेवा विच ला दिता। मोंडे गागर चुक लई, रोज ब्यासा तो पानी भर के लियाउंदे गागर, ते गुरु अंगद देव जी नूं अमृत वेले इशनान पे कराउंदे। साध संगत 62-63 साल दी उम्र ते लगभग 11 साल लगातार ये सेवा चली। कई बार मैं कहंदा हुंदा प्यारिओ सेवा दी कोई उम्र नहीं। असी कई बार ना 62-63 दे हो जाइए ते गुरु घर ही छड्ड जांदे। मैं बेनती करां किथे 62-63 दी उम्र विच सेवा शुरू कर रहे ने गुरु अमरदास जी दे। अमरदास जी
ਲਗਭਗ 11 ਸਾਲ ਸੇਵਾ ਕੀਤੀ। ਉਹਨਾਂ 11 ਸਾਲਾਂ ਵਿੱਚ ਕਈ ਮਿਹਣੇ ਵੀ ਵੱਜੇ ਵੀ ਅਮਰੂ ਨਿਥਾਮੈ, ਅਮਰੂ ਕੁੜਮਾਂ ਦੇ ਘਰ ਦੀਆਂ ਖਾਂਦਾ, ਅਮਰੂ ਦਾ ਕੋਈ ਟਿਕਾਣਾ ਨਹੀਂ। ਪਰ ਬਾਬਾ ਅਮਰਦਾਸ ਜੀ ਨੇ ਇੱਕ ਦਿਨ ਵੀ ਸੇਵਾ ਵਿੱਚ ਨਾਗਾ ਨਹੀਂ ਪਾਇਆ। ਆ ਸਾਨੂੰ ਕੋਈ ਕਹਿ ਦੇ ਨਾ ਕੁਝ, ਅਸੀਂ ਤਾਂ ਕਹਿ ਦਿੰਦੇ ਜਦ ਤੱਕ ਇਹ ਗੁਰੂ ਘਰ ਆਉਂਦੇ ਮੈਂ ਨਹੀਂ ਆਉਂਦਾ। ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਫਲਾਣੇ ਬੰਦੇ ਕਰਕੇ ਜੇ ਤੁਸੀਂ ਗੁਰੂ ਘਰ ਨਹੀਂ ਨਾ ਆਉਂਦੇ, ਯਾਦ ਰੱਖਿਓ ਤੁਸੀਂ ਗੁਰੂ ਤੋਂ ਵੀ ਵੱਡਾ ਉਹਨੂੰ ਬਣਾ ਦਿੱਤਾ ਜਿਹੜਾ ਤੁਹਾਨੂੰ ਗੁਰੂ ਨਾਲੋਂ ਵੀ ਤੋੜ ਗਿਆ। ਅਸੀਂ ਗੁਰੂ ਨਾਲੋਂ ਨਹੀਂ ਟੁੱਟਣਾ, ਕਿਸੇ ਬੰਦੇ ਦੇ ਨਾਲ ਲੱਗ ਕੇ ਗੁਰੂ ਤੋਂ ਦੂਰ ਨਹੀਂ ਹੋਣਾ, ਅਸੀਂ ਗੁਰੂ ਨਾਲ ਜੁੜਨਾ। ਬਾਬਾ ਅਮਰਦਾਸ ਨੂੰ ਬੜੇ ਮਿਹਣੇ ਵੱਜੇ ਪਰ ਉਹਨਾਂ ਨੇ ਸੇਵਾ ਨਹੀਂ ਛੱਡੀ। ਇੱਕ ਦਿਨ ਵੀ ਇਤਿਹਾਸ ਕਹਿੰਦੇ ਨਾਗਾ ਨਹੀਂ। 11 ਸਾਲ ਲਗਾਤਾਰ ਗਾਗਰ ਢੋਈ। ਇੱਕ ਦਿਨ ਜੁਲਾਹੇ ਦੀ ਖੱਡੀ ਵਿੱਚ ਫਸ ਕੇ ਡਿੱਗ ਗਏ ਸੀ। ਗੁਰੂ ਅੰਗਦ ਦੇਵ ਜੀ ਬੂਹੇ 'ਚ ਖੜੋਤੇ ਵੇਖਦੇ ਪਏ ਨੇ, ਕੋਲ ਆਏ, ਕੱਪੜੇ ਲਿਬੜੇ ਸਨ। ਬਾਬਾ ਅਮਰਦਾਸ ਨੂੰ ਪੁੱਛਦੇ ਨੇ ਅੱਜ ਦੇਰੀ, ਹੱਥ ਜੋੜ ਕੇ ਅੱਖਾਂ 'ਚੋਂ ਅਥਰੂ ਆਏ, ਸੱਚੇ ਪਾਤਸ਼ਾਹ ਅੱਜ ਡਿੱਗ ਗਿਆ ਸਾਂ। ਤੇ ਗੁਰੂ ਅੰਗਦ ਦੇਵ ਜੀ ਦੇ ਬੋਲ ਸੀ, ਕਹਿੰਦੇ ਇਸੇ ਦਿਨ ਦਾ ਤਾਂ ਇੰਤਜ਼ਾਰ ਕਰ ਰਿਹਾ ਸਾਂ। ਅਸਲ ਵਿੱਚ ਡਿੱਗਣ ਦਾ ਅਰਥ ਬਾਹਰ ਦਾ ਨਹੀਂ, ਡਿੱਗਣ ਦਾ ਅਰਥ ਸੀ ਅੰਦਰ ਦਾ। ਕਹਿਣ ਲੱਗੇ ਡਿੱਗ ਗਏ, ਇਸੇ ਦਿਨ ਦਾ ਤਾਂ ਇੰਤਜ਼ਾਰ ਕਰ ਰਿਹਾ ਸੀ। ਗੁਰੂ ਨੇ ਇਸ਼ਨਾਨ ਕਰਾਇਆ ਹੱਥੀਂ, ਆਪਣੀ ਥਾਂ ਤੇ ਬਾਬਾ ਅਮਰਦਾਸ ਨੂੰ ਗੱਦੀ ਤੇ ਬਿਠਾ ਕੇ ਧੰਨ ਗੁਰੂ ਅਮਰਦਾਸ ਬਣਾ ਦਿੱਤਾ। ਤੇ ਜਦੋਂ ਗੁਰੂ ਅਮਰਦਾਸ ਜੀ ਬਣੇ ਗੁਰਤਾ ਗੱਦੀ ਤੇ ਬੈਠ ਕੇ, ਤੇ ਕਿਸੇ ਪੁੱਛਿਆ ਸੀ ਸੱਚੇ ਪਾਤਸ਼ਾਹ ਤੁਸੀਂ 62 ਸਾਲ ਆਪਣੀ ਜ਼ਿੰਦਗੀ ਦੇ ਗੁਰੂ ਤੋਂ ਬਗੈਰ ਕੱਢੇ ਨੇ, 11 ਸਾਲਾਂ ਦੀ ਗੁਰੂ ਦੀ ਸੇਵਾ ਨੇ ਤੁਹਾਨੂੰ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਬਣਾ ਦਿੱਤਾ। ਇਹ ਸਾਰਾ ਕੁਝ ਮਿਲਿਆ ਕਿੱਥੋਂ? ਤੇ ਉਹਨਾਂ ਬਚਨ ਆਖੇ ਸੀ, ਕਹਿਣ ਲੱਗੇ ਅਸਲ ਵਿੱਚ ਮਿਲਿਆ ਹੀ ਸਭ ਕੁਝ ਗੁਰੂ ਕੋਲੋਂ। ਕਿਵੇਂ ਮਿਲਿਆ ਜੀ? ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ, ਸਤ ਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਮੈਂ ਗੁਰੂ ਨਾਲ ਜੁੜ ਕੇ ਸਭ ਕੁਝ ਪਾਇਆ, ਗੁਰੂ ਤੋਂ ਬਿਨਾਂ ਤਾਂ ਮੈਂ ਬਿਲਕੁਲ ਖਾਲੀ ਸਾਂ, ਗੁਰੂ ਤੋਂ ਬਿਨਾਂ ਤਾਂ ਮੈਂ ਬਿਲਕੁਲ ਹੀ ਟੁੱਟਿਆ ਸਾਂ। ਜਿਸ ਦਿਨ ਗੁਰੂ ਮਿਲਿਆ ਤੇ ਗੁਰੂ ਨਾਲ ਮਿਲ ਕੇ ਮੈਂ ਅੱਜ ਜਿਹੜਾ ਬਾਬਾ ਅਮਰਦਾਸ ਸੀ ਉਹ ਗੁਰੂ ਅਮਰਦਾਸ ਬਣ ਗਿਆ। ਯਾਦ ਰੱਖਿਓ, ਜਦੋਂ ਅਸੀਂ ਬਾਣੀ ਨੂੰ ਪੜ੍ਹਦੇ, ਮੈਂ ਹੁਣੇ ਮੰਗਲਾ ਚਰਨ ਪੜ੍ਹਿਆ, ਸਤਿਗੁਰੂ ਕਹਿੰਦੇ ਨੇ ਗੁਰਪੂਰਾ ਭੇਟਿਓ ਬੜ ਭਾਗੀ, ਮਨੈ ਭਇਆ ਪਰਗਾਸਾ, ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਤੇ ਸਿੱਖਾ ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ। ਗੁਰੂ ਕੋਲੋਂ ਹੀ ਮਿਲਨੇ ਸਾਰਾ। ਤੇ ਜਿਹੜੇ ਗੁਰੂ ਤੋਂ ਟੁੱਟ ਗਏ, ਭਾਈ ਵੀਰ ਸਿੰਘ ਜੀ ਹੋਏ ਨੇ ਮਹਾਨ ਕਵੀ, ਉਹਨਾਂ ਨੇ ਬੜੀ ਪਿਆਰੀ ਇੱਕ ਉਦਾਹਰਨ ਦਿੱਤੀ ਹੈ। ਵਿਆਖਿਆਕਾਰ ਵੀ ਹੈ ਗੁਰਬਾਣੀ ਦੇ, ਕਵੀ ਵੀ ਨੇ। ਉਹਨਾਂ ਦੀ ਕਵਿਤਾ ਦੇ ਵਿੱਚ ਗੁਰੂ ਨਾਲ ਨੇੜਤਾ ਦੀ ਗੱਲ ਹੁੰਦੀ ਹੈ। ਉਹਨਾਂ ਨੇ ਗੱਲ ਆਖੀ, ਕਹਿੰਦੇ ਇੱਕ ਦਿਨ ਮੈਂ ਲੋਹਾਰ ਦੀ ਭੱਠੀ ਤੇ ਚਲਾ ਗਿਆ। ਲੋਹਾਰ ਦੀ ਭੱਠੀ ਵਿੱਚ ਨਾ ਕੋਲੇ ਬਲ ਰਹੇ ਸੀ, ਤੇ ਕੋਲੇ ਬਲ ਰਹੇ ਸਨ ਤੇ ਕੁਝ ਕੋਲੇ ਬਾਹਰ ਪਏ ਸਨ। ਜਿਹੜੇ ਬਲਦੇ ਨੇ ਉਹ ਲਾਲ ਨੇ, ਜਿਹੜੇ ਬਾਹਰ ਨੇ ਤੇ ਉਹ ਕਾਲੇ ਨੇ। ਮੇਰੇ ਮਨ ਵਿੱਚ ਆਇਆ, ਮਨਾ ਕਿਉਂ ਨਾ ਇਹਨਾਂ ਕਾਲਿਆਂ ਦਾ ਵੀ ਰੰਗ ਬਦਲਿਆ ਜਾਏ। ਮੈਂ ਕੋਲਾ ਚੁੱਕਿਆ, ਘਰੇ ਲੈ ਆਇਆ। ਜਦੋਂ ਘਰ ਲੈ ਆਇਆ, ਸਭ ਤੋਂ ਪਹਿਲਾਂ ਉਹਦੇ ਕਾਲੇਪਨ ਨੂੰ ਉਤਾਰਨ ਲਈ ਮੈਂ ਸਾਬਣ ਨਾਲ ਕੋਲਾ ਧੋਤਾ ਵੀ ਇਹਦੀ ਮੈਲ ਉਤਰ ਜਾਏ। ਕਹਿੰਦੇ ਸਾਬਣ ਨਾਲ ਧੋਤਾ, ਫਿਰ ਉਹਦਾ ਰੰਗ ਕਾਲੇ ਦਾ ਕਾਲਾ। ਫਿਰ ਮੇਰੀ ਦੂਜੀ ਕੋਸ਼ਿਸ਼ ਸ਼ੁਰੂ ਹੋਈ। ਸਿਆਣੇ ਕਹਿੰਦੇ ਨੇ ਜਿਹੜਾ ਖੱਟਾ ਹੁੰਦਾ, ਦਹੀਂ ਹੁੰਦਾ, ਉਹਦੇ ਵਿੱਚ ਪਾਓ ਤੇ ਮੈਲ ਕੱਟ ਦਿੰਦਾ।
मैं दुध दही विच कोला पाया, सोचिया रंग बटल जाएगा, मैल कटी जाएगी, कढ़िया ते फिर काले दा काला। घरे गल ना बनी। मैं ललारी कोल चला गया, वे सज्जणा तू कपड़े रंग दे, मेरा कोला रंग दे। कहंदे उन्हें भी मेरी गल मन्नी, लाल रंग पाया ते विच कोला सुट दिता। 1-2 घंटे उबाले कोले ने खाधे, जदों कढ़िया ना वो फिर काले दा काला। 3 कोशिशां मेरियां। मुड़ के कोले चों आवाज आई, कहंदा सज्जणा जिन्नियां मर्जी कोशिशां कर ले, रंग नहीं वटना। ये विछोड़े दी कालख है, ये बिना मिलिया नहीं लैनी। तू एक काम कर, जे चाहुंदा है मेरा लाल रंग वेखना, जेड़ी अग चों मैं बाहर आया, जेड़ी अग चों मेरा जन्म होया, उसे अग च मैनू दुआरे सुट दे, मैनू लाल रंग चढ़ जाना। बड़े प्यारे बचन हन। कहंदे साबण लाला धोता कोला, दुध दही विच पाया, खुंब चाड़न रंगन सी धरिया, रंग न उस वटाया। विछड़ के कालक सी आई, बिन मिलिया नहीं लैंदी, अंग अग दे लाके वेखो चढ़दा रूप सवाया। तू अंग नाल ला अग दे, मैनू फिर सवाया लाल रंग चढ़ जाना। गुरसिखा जदों तक गुरु तो टुटिया रहा, तेरे हालात भी कोले वर्गे है। कोले नू जिवें जिधर मर्जी ले जाओ रंग नहीं वटाउंदा, उवें तू जिथे मर्जी भटक लई, पर याद रखी तेरी जिंदगी नू रंग नहीं चढ़ना। जिदन धन गुरु ग्रंथ साहिब नाल जुड़ गया, तेनू रंग लग जाना है। तू बाणी नाल जुड़ी, तैनू रंग लगेगा। ये मैं नहीं कहंदा, धन गुरु अर्जन दे पातशाह कह के गए। मैं कह के समाप्ति वाल तुरां। याद रखियो, तुसी पहला प्रकाश दिहाड़ा मनाया गुरु ग्रंथ साहिब जी। पूरी बाणी नू जदों तरतीब दिती ना गुरु अर्जन देव जी ने, किरपा कीती, अखीर विच एक शब्द पाया, मुधावणी महला पंजवां। मुधावणी कोई राग नहीं, मुधावणी दा अर्थ हुंदा है मुंदना, मोर छाप। इहदे अर्थ भाई कान सिंह नाभा ने कीते ने। इहदे अर्थ ने जिवें एक राजा पुरातन समय च दूजे राजे नूं खुफिया जानकारी भेजदा सी ना, वो आप लिखिया करदा सी, ते उहने मोर भी अपनी लाउणी। एक राज दी मोर, एक राजे दी अपनी मोर। ते ਜਿਹੜੇ पत्तर नूं राजे दी अपनी मोहर लग गई, ਉਹਨੂੰ ਕਿਸੇ ਨੂੰ ਵੀ ਖੋਲਣ ਦਾ ਅਧਿਕਾਰ ਨਹੀਂ ਸੀ। ਜਿਹੜੇ ਰਾਜੇ ਕੋਲ ਗਿਆ ਪੱਤਰ, ਉਹ ਰਾਜੇ ਨੂੰ ਅਧਿਕਾਰ ਸੀ ਰਾਜੇ ਦੀ ਮੋਹਰ ਖੋਲਣ ਦਾ। ਉਹਨੇ ਖੋਲਣੀ, ਖੁਫੀਆ ਜਾਣਕਾਰੀ ਭਰਨੀ, ਔਰ ਪੜ੍ਹ ਕੇ ਦੁਆਰੇ ਉਹਨੇ ਆਪਣੀ ਮੋਹਰ ਵੀ ਲਾ ਦੇਣੀ। ਯਾਦ ਰੱਖਿਓ, ਉਹ ਜਾਣਕਾਰੀ ਕਿਸੇ ਦੂਜੇ ਕੋਲ ਨਾ ਜਾਵੇ, ਰਾਜੇ ਕੋਲ ਰਵੇ। ਤੇ ਜਿਹੜੀ ਉਹ ਮੋਹਰ ਲੱਗਦੀ ਸੀ ਨਾ, ਉਹਨੂੰ ਮੁਧਾਵਣੀ ਕਹਿੰਦੇ ਸੀ। ਬੜੇ ਕਮਾਲ ਦੀ ਗੱਲ, ਗੁਰੂ ਅਰਜਨ ਦੇਵ ਜੀ ਨੇ ਮੁਧਾਵਣੀ ਲਾਈ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟੇ ਆ, ਮੁਧਾਵਣੀ ਖੋਲੀ ਕਿਹਨੇ ਜੀ? ਮੁਧਾਵਣੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੋਲੀ, ਹੋਰ ਕਿਸੇ ਨੂੰ ਅਧਿਕਾਰ ਨਹੀਂ। ਗੁਰੂ ਅਰਜਨ ਦੇਵ ਜੀ ਨੇ ਲਾਈ, ਕਲਗੀਆਂ ਵਾਲੇ ਨੇ ਖੋਲੀ, ਤੇ 59 ਸ਼ਬਦ ਤੇ 57 ਸ਼ਲੋਕ ਗੁਰੂ ਤੇਗ ਬਹਾਦਰ ਜੀ ਦੇ ਪਾ ਕੇ ਮੁਧਾਵਣੀ ਫਿਰ ਲਾ ਦਿੱਤੀ। ਉਹ ਤੋਂ ਬਾਅਦ ਵੀ ਕਿਸੇ ਨੂੰ ਅਧਿਕਾਰ ਨਹੀਂ ਵੀ ਮੁਧਾਵਣੀ ਖੋਲੇ। ਹੁਣ ਐਸਾ ਮੁਧਾਵਣੀ ਵਿੱਚ ਕੀ ਪਾਇਆ? ਗੁਰੂ ਸਾਨੂੰ ਸਮਝਾ ਕੇ ਗਏ ਨੇ। ਕਹਿੰਦੇ ਥਾਲ ਵਿੱਚ 3 ਵਸਤੂ ਪਈਓ। ਆ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਤਿਆਰ ਹੋ ਗਿਆ। ਇਹਦੇ ਚ ਮੈਂ 3 ਚੀਜ਼ਾਂ ਪਾ ਕੇ ਚੱਲਿਆ। ਕਿਹੜੀਆਂ ਕਿਹੜੀਆਂ? 7 ਸੰਤੋਖ ਵਿਚਾਰੋ। ਇਹਦੇ ਚ ਮੈਂ ਸੱਚ ਪਾ ਕੇ ਚੱਲਿਆ, ਸੰਤੋਖ ਦੀ ਵਿਚਾਰ ਪਾ ਕੇ ਚੱਲਿਆ, ਤੇ ਤੀਜੀ ਚੀਜ਼ ਪਾ ਕੇ ਚੱਲਿਆ, ਅੰਮ੍ਰਿਤ ਨਾਮ ਠਾकुर का पे जिसका सबस आधारो। ਜਿਹੜਾ ਇਸ ਥਾਲ ਨਾਲ ਜੁੜ ਜਾਏਗਾ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ। ਪਰ ਗੁਰੂ ਨੂੰ ਪੁੱਛੀਏ ਵੀ ਸੱਚੇ ਪਾਤਸ਼ਾਹ ਜੁੜਨਾ ਕਿਵੇਂ? ਕਹਿੰਦੇ ਪੁੱਤਰ ਭੁੱਖ ਲੱਗੀ ਹੋਵੇ, ਥਾਲ ਸਾਹਮਣੇ ਪਿਆ ਹੋਵੇ, ਕੀ ਕਰਦੇ ਭੁੱਖ ਮਿਟਾਉਣ ਲਈ?
उस थाल चो छकदा है ना, एवें तेरे सामने थाल रख दिता, 3 वस्तुआं भी पा दित्तियां। हुण तेरा काम की है? जेको खावे। तेरा काम है बाणी पढ़नी, बाणी सुननी, बाणी गाउणी। ये की है? खाना। ते कल्ला खाना ही नहीं, भुंचै। तेरा अर्थ नाल ही कर दिता, तेरा जीवन खावे भी ते पचावे भी। जेको खावे जेको भुंचै तिसका होए उधारो। ते नाल कहा ए वस्त तजी ना जाई। पुत्रा जिहड़ा दात दे के चलिया ना खजाना, ये तजन वाली चीज नहीं है। किते बाणी तो सिख टुट जाए, याद रखियो बाणी तो टुटिया सिख उदा जीवन ही खुआर हो जांदा। ये वस्त तजी ना जाई, नित नित रख और धारो। ते जिहड़ा जुड़ गया तम संसार, चरण लग तरीए सब नानक ब्रह्म पसार। प्यारिओ फिर जुड़ जाइए, भटकना विच ना पईए। मैं कहंदा हुंदा तुसी गुरुद्वारे आओ, 15 मिनट 20 मिनट अद्धा घंटा जिन्ना वध तो वध समा निकाल सको वो तुसी गुरु कोल बैठिया करो। पर साडी तां आदत ये हो गई ना भी टाइम टेबल बनिया हुंदा है, ते जदों समाप्ति दा टाइम आउंदा ते कई तां साडे सज्जण उदों ही पहुंचदे ने, ते वो लंगरां लई पहुंचदे ने भी बस लंगर छकीए ते चले जाइए। लालच भी इन्ना वध गया है भी आपां लंगरां दे विचों 20 लंगर छक के 20 घर लई भी नाल चुक लैंदे। मैं इहनूं सौखा करके कहंदा हुंदा, भाई मरदाने नूं भुख लगी, गुरु नानक पातशाह कहंदे सज्जणा रीठे छक ले। रीठे कौड़े सी मिठे हो गए, छक ले। मरदाने ने नाल भी बंध ले। थोड़ी दूर गया, जदों छकण लग्या ते मूँह विचों थुक दिते। गुरु नानक पातशाह कहंदे की है? सतगुरु पता ही नहीं चलिया, उत्थे मिठे सन इत्थे कौड़े ने। गुरु नानक जी कहंदे लोड़ अनुसार छकेगा, मिठा है लोड़ तो वध छकेगा। याद रखी कुड़तन पैदा कर दे। लंगर जिहड़ा है वो गुरु कोल आके शब्द दा भी लंगर है ते गुरु दा भी लंगर है। इत्थे मन दी भुख भी मिटदी है, इत्थे तन दी भुख भी मिटदी है। जिन्हें दोने भुखा मिटा लईआं सचमुच जीवन सोहना बन जांदा है। सतगुरु साडे सारियां ते किरपा करन। ये उपदेश ये विचार साडे सारियां दे हिरदियां दा शिंगार बने। वध तो वध गुरु ग्रंथ साहिब दे चरनां विच जुड़ो, भटकीए ना। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ। ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਏ ਜਹਾਨ ਤੇ। ਐਸੇ ਗੁਰੂ ਦੇ ਚਰਨਾਂ ਵਿੱਚ ਲੱਗੀਏ ਤਾਂ ਕਿ ਸਾਡੇ ਇਹ ਲੋਕ ਅਤੇ ਪਰਲੋਕ ਸੁਹੇਲੇ ਹੋ ਸਕਣ। ਕੋਟਨ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮੁਬਾਰਕ ਗੋਦ ਵਿੱਚ ਬੈਠ ਵਿਚਾਰਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਧੰਨਵਾਦ ਹੈ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬੜੀ ਇਕਾਗਰਤਾ ਦੇ ਨਾਲ ਵਿਚਾਰਾਂ ਨੂੰ ਸਰਵਣ ਕੀਤਾ ਹੈ। ਧੰਨਵਾਦ ਹੈ ਸਮੂਹ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਇੰਨੀਆਂ ਕੁ ਵਿਚਾਰਾਂ ਦੀ ਪ੍ਰਵਾਨਗੀ ਦਿੰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨੂੰ ਸੰਗਤ ਬਖਸ਼ਣ ਯੋਗ ਹੈ। ਬਖਸ਼ਦੇ ਹੋ ਦਿਓ ਅਸੀਸ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।